ਤੇ ਹੈਲੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ। ਹੋਪ ਕਰਨਾ ਤੁਸੀਂ ਆਪਣੀ ਜਗ੍ਹਾ ਤੇ ਸਭ ਠੀਕ ਠਾਕ ਹੋਵੋਗੇ। ਦੋਸਤੋ, ਤੁਹਾਨੂੰ ਪਤਾ ਹੈ ਕਿ ਇਸ ਚੈਨਲ ਤੇ ਮੈਂ ਨਿਊਜ਼ ਹੋਰ ਐਂਟਰਟੇਨਮੈਂਟ ਦੀਆਂ ਚੀਜ਼ਾਂ, ਹਾਸੇ, ਕਮੇਡੀ ਹਰ ਇੱਕ ਚੀਜ਼ ਲੈ ਕੇ ਆਉਂਦਾ ਰਹਿੰਦਾ ਵਾਂ। ਤੇ ਕੁਛ ਸਿਲਸਿਲਾ ਅਸੀਂ ਸਟੋਰੀਆਂ ਸੁਣਾਉਣ ਦਾ ਵੀ ਤੁਹਾਨੂੰ ਕੀਤਾ ਹੋਇਆ ਹੈ ਕਿ ਜਿਹਦਾ ਰਿਸਪੌਂਸ ਮੈਨੂੰ ਬਹੁਤ ਵਧੀਆ ਮਿਲ ਰਿਹਾ ਹੈ। ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਸਟੋਰੀ ਵੀ ਹਰ ਵਾਰ ਸੁਣਾ ਦਿਆ ਕਰਾਂਗਾ, ਜਿਹਦੇ ਨਾਲ ਤੁਹਾਡਾ ਇਸ ਚੈਨਲ 'ਚ ਇੰਟਰਸਟ ਵੱਜਿਆ ਰਹੇਗਾ। ਤੇ ਦੋਸਤੋ, ਅੱਜ ਜਿਹੜੀ ਸਟੋਰੀ ਸੁਣਾ ਰਿਹਾ ਵਾਂ ਉਹ ਤੁਸੀਂ ਸੁਣ ਕੇ ਤੁਸੀਂ ਆਪਣੇ ਦਿਮਾਗ 'ਚ ਲਿਆਓਗੇ ਕਿ ਦੁਨੀਆ 'ਚ ਇੱਦਾਂ ਦੇ ਲੋਕ ਵੀ ਹੈਗੇ ਨੇ। ਇੱਦਾਂ ਵੀ ਹੋ ਸਕਦਾ ਹੈ ਕਿ ਲੋਕ ਇੰਨੇ ਨਿਰਦਈ ਕਿੱਦਾਂ ਹੋ ਸਕਦੇ ਨੇ। ਬਾਹਰਲਿਆਂ ਨਾਲ ਤਾਂ ਕਈ ਲੋਕ ਹੁੰਦੇ ਨਿਰਦਈ ਮੰਨ ਲਓ, ਪਰ ਆਪਣੇ ਖੁਦ ਦੇ ਘਰ ਵਾਲਿਆਂ ਨਾਲ ਕੋਈ ਕਿੱਦਾਂ ਇੱਦਾਂ ਨਿਰਦਰਤਾ ਨਾਲ ਕੰਮ ਕਰ ਸਕਦਾ ਕੋਈ ਵੀ, ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਹਾਂ। ਦੋਸਤੋ, ਇਹ ਗੱਲ ਹੈ 2001 ਸਾਲ ਦੀ ਅਗਸਤ ਮਹੀਨੇ ਦੀ। ਇਸ ਕਹਾਣੀ ਦੇ ਵਿੱਚ ਦੋ ਕਰੈਕਟਰ ਮੇਨ ਨੇ, ਇੱਕ ਦਾ ਨਾਂ ਸੋਨੀਆ ਸੀ ਤੇ ਇੱਕ ਦਾ ਨਾਂ ਸੰਜੀਵ ਸੀ। ਇਹ ਦੋਨੇ ਹਸਬੈਂਡ ਵਾਈਫ ਨੇ ਤੇ ਸਟੋਰੀ ਇਹਨਾਂ ਦੀ ਹੈ ਤੇ ਇਹਨਾਂ ਦੀ ਫੈਮਿਲੀ ਦੀ ਹੈ। ਤੇ ਤੁਹਾਨੂੰ ਹੁਣ ਸਟੋਰੀ ਸ਼ੁਰੂ ਕੀਤੀ ਜਾਂਦੀ ਹੈ। ਕਹਾਣੀ ਦੇ ਵਿੱਚ ਇੱਕ ਬੇਟੀ ਹੈ, ਜਿਹੜੀ ਬੇਟੀ ਆਪਣੇ ਸਾਰੇ ਹੀ ਪਰਿਵਾਰ ਨੂੰ ਖ਼ਤਮ ਕਰ ਦਿੰਦੀ ਹੈ ਆਪਣੇ ਹਸਬੈਂਡ ਨਾਲ ਮਿਲ ਕੇ। ਇੱਕ ਤਾਂ ਹੁੰਦਾ ਨਾ ਕਿ ਹਸਬੈਂਡ ਨਹੀਂ ਕਿਸੇ ਬਾਹਰ ਭੱਜਣ ਵਾਸਤੇ ਕੁੜੀ ਆਪਣੇ ਘਰਦਿਆਂ ਨਾਲ ਇੱਦਾਂ ਹੁੰਦਾ, ਪਰ ਇਹ ਆਪਣੇ ਹਸਬੈਂਡ ਨਾਲ ਮਿਲ ਕੇ ਇਹ ਸਾਰੇ ਕਤਲ ਕਰਦੀ ਹੈ। ਸਟੋਰੀ ਕੁਝ ਇੱਦਾਂ ਸ਼ੁਰੂ ਹੁੰਦੀ ਹੈ ਜੀ। ਇਹ ਗੱਲ ਹੈ 2001 ਸਾਲ ਦੀ। 2001 ਸਾਲ ਦੀ ਗੱਲ ਹੈ ਤੇ ਇਹਦੇ ਵਿੱਚ ਜੋ ਉਹ ਕੁੜੀ ਕਤਲ ਕਰਦੀ ਹੈ ਉਹਦੇ ਵਿੱਚ ਤੁਸੀਂ ਆਪ ਹਿਸਾਬ ਲਾਓ, 3 ਮਹੀਨਿਆਂ ਦੀ ਵੀ ਬੱਚੀ ਹੈ, 2 ਸਾਲ ਦਾ ਬੱਚਾ ਹੈ, ਉਹਦਾ ਆਪਣਾ ਭਰਾ ਹੈ, ਆਪਣੀ ਭਾਬੀ ਹੈ, ਆਪਣੇ ਮਾਂ ਤੇ ਪਿਓ ਹੈ, ਜਿਨ੍ਹਾਂ ਦਾ ਉਹ ਕਤਲ ਕਰਦੀ ਹੈ। ਤੇ ਕਤਲ ਇਹ ਵੇ ਕਿ ਤੁਹਾਨੂੰ ਹੁਣ ਸਾਰੀ ਦੱਸੀ ਜਾਏਗੀ ਸਟੋਰੀ। ਹਰਿਆਣੇ ਦੇ ਨਾਲ ਇੱਕ ਪਿੰਡ, ਹਰਿਆਣੇ ਦੇ ਵਿੱਚ ਇੱਕ ਪਿੰਡ ਪੈਂਦਾ ਹਿਸਾਰ, ਜਿਹਦਾ ਨਾਮ ਤੁਸੀਂ ਸੁਣਿਆ ਹੋਏਗਾ। ਦਿੱਲੀ ਤੋਂ ਕੁਛ ਕਿਲੋਮੀਟਰਾਂ ਦੀ ਦੂਰੀ 'ਤੇ ਹੀ ਉਹ ਪੈਂਦਾ ਹੈ, ਹਿਸਾਰ ਹੈ। ਉੱਥੇ ਦਾ ਇੱਕ ਵਿਧਾਇਕ ਸੀ ਜੋ ਹਰਿਆਣਾ ਵਿਧਾਨ ਸਭਾ ਦੇ ਵਿੱਚ ਸੀ, ਵਿਧਾਇਕ ਸੀ। ਉਹਨਾਂ ਦਾ ਨਾਮ ਸੀ ਸੇਤੂ ਰਾਮ ਪੁਨੀਆ। ਉਹਦਾ ਘਰ ਬਹੁਤ ਆਲੀਸ਼ਾਨ ਸੀ, ਬਹੁਤ ਅਮੀਰ ਆਦਮੀ ਸੀ ਉਹ। ਉਹਦੀ ਅਮੀਰੀ ਤੇ ਇੱਥੇ ਤੱਕ ਚਰਚਾ ਸੀ ਕਿ ਉਹਨੇ ਜਿਹੜਾ ਆਪਣਾ ਘਰ ਬਣਾਇਆ ਸੀ, ਉਹ ਘਰ ਦੇ 2nd ਫਲੋਰ ਤੱਕ ਵੀ ਜਿਹੜਾ ਉਹਦਾ ਬੈਡਰੂਮ ਸੀ ਉੱਥੇ ਤੱਕ ਗੱਡੀ ਜਾਂਦੀ ਸੀ। ਤੇ ਲੋਕੀ ਦੂਰੋਂ ਦੂਰੋਂ ਵੇਖਦੇ ਸੀ ਉਹਦਾ ਐਡਾ ਵੱਡਾ ਬੰਗਲਾ ਤੇ ਆਲੀਸ਼ਾਨ ਮਕਾਨ ਸੀ ਹਿਸਾਰ ਦੇ ਵਿੱਚ। ਤੇ ਕਹਿੰਦਾ ਕੁਹਾਂਦਾ ਅਮੀਰ ਸੀ। ਤੇ ਉਹਦੇ ਅਸੀਂ 2 ਕੁੜੀਆਂ ਸੀ, 1 ਮੁੰਡਾ ਸੀ। ਤੇ ਪਰਿਵਾਰ ਖੁਸ਼ੀ ਰਹਿ ਰਿਹਾ ਸੀ, ਬਹੁਤ ਵਧੀਆ ਸਭ ਕੁਝ ਚੱਲ ਰਿਹਾ ਸੀ। ਤੇ ਗੱਲ ਹੁੰਦੀ ਹੈ ਕਿ ਜੀ 23 ਅਗਸਤ 2001 ਨੂੰ ਉਹਦੀ ਜਿਹੜੀ ਵੱਡੀ ਕੁੜੀ ਹੁੰਦੀ ਉਹਦਾ ਜਨਮ ਦਿਨ ਹੁੰਦਾ। ਤੇ ਸਾਰਿਆਂ ਨੇ ਸੋਚਿਆ ਕਿ ਚਲੋ ਜਨਮ ਦਿਨ ਮਨਾਉਣਾ ਚਾਹੀਦਾ, ਜਨਮ ਦਿਨ ਮਨਾਉਂਦੇ ਆ, ਕਿਉਂਕਿ ਅਮੀਰ ਸੀ, ਤੁਹਾਨੂੰ ਪਤਾ ਬਹੁਤ ਜ਼ਿਆਦਾ ਅਮੀਰ ਸੀ ਤੇ ਉਹਨੇ ਲੋਕਾਂ ਨੂੰ ਵੀ ਦੱਸਣਾ ਸੀ ਸ਼ਾਨੋ ਸ਼ੌਕਤ। ਤੇ ਉਹਦੀ ਜਿਹੜੀ ਸਭ ਤੋਂ ਛੋਟੀ ਕੁੜੀ ਸੀ ਉਹਦਾ ਨਾਂ ਸੀ ਸੋਨੀਆ। ਉਹਨੇ ਆਉਣਾ ਸੀ ਦਿੱਲੀ ਤੋਂ, ਕਿਉਂਕਿ ਉਹ ਦਿੱਲੀ ਰਹਿੰਦੀ ਸੀ ਆਪਣੇ ਹਸਬੈਂਡ ਦੇ ਨਾਲ। ਉਹਨੇ ਕਿਹਾ ਕਿ ਸਾਨੂੰ 24 ਤਰੀਕ ਕੋਈ ਕੰਮ ਹੈ, ਜਿੱਦਾਂ ਕੋਈ ਬਹਾਨਾ ਉਹਨੇ ਬਣਾ ਲਿਆ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਦੀਦੀ ਦਾ ਜਨਮ ਹੈ ਨਾ, ਆਪਾਂ 23 ਤਰੀਕ ਮਨਾ ਲਈਏ। ਤੇ 23 ਤਰੀਕ ਦਾ ਉਹਨਾਂ ਨੇ ਰੱਖ ਲਿਆ ਕਿ ਅਸੀਂ 23 ਤਰੀਕ ਸ਼ਾਮ ਨੂੰ ਜਨਮ ਦਿਨ ਮਨਾਵਾਂਗੇ ਤੇ 24 ਤਰੀਕ ਨੂੰ ਬਾਹਰਲੇ ਲੋਕਾਂ ਨੂੰ ਬੁਲਾ ਕੇ ਹੋਰ ਪਾਰਟੀ ਨਵੀਂ ਕਰ ਲਾਂਗੇ, ਕਿਉਂਕਿ ਉਹ ਅਮੀਰ ਬੜੇ ਸਨ, ਉਹਨਾਂ ਨੂੰ ਪੈਸੇ ਦੀ ਤਾਂ ਕੋਈ ਤੰਗੀ ਨਹੀਂ ਸੀ ਹੈਗੀ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਚਲੋ 23 ਤਰੀਕ ਹੀ ਮਨਾ ਲੈਂਦੇ ਹਾਂ ਜਨਮ ਦਿਨ। ਸਾਰੇ ਆਏ ਬੜੇ ਵਧੀਆ, ਖੁਸ਼ੀ ਸਾਰੇ ਰੋਟੀ ਪਾਣੀ ਖਾਧੀ। ਨੌਕਰ ਜਦੋਂ ਆਪਣੇ ਘਰ ਤੁਰ ਗਏ ਤੇ ਕੁੜੀ ਜਿਹੜੀ ਸੋਨੀਆ ਉਹ ਸਾਰਿਆਂ ਜੋਗੀ ਚਾਹ ਬਣਾ ਕੇ ਲਿਆਂਦੀ ਕਿ ਚਲੋ ਰੋਟੀ ਖਾ ਲਈਏ ਹੁਣ ਸੌਣ ਵੇਲੇ। ਤੁਹਾਨੂੰ ਪਤਾ ਆਮ ਜਦੋਂ ਪਾਰਟੀਆਂ ਹੁੰਦੀਆਂ ਲੋਕਾਂ ਦੇ ਘਰਾਂ ਦੇ ਵਿੱਚ, ਸਾਡੇ ਵੀ ਸਾਰਿਆਂ ਦੇ ਜਿੰਨੇ ਵੀ ਪਾਰਟੀ ਹੁੰਦੀ, ਤੇ ਜੋ ਰੋਟੀ ਰਾਟੀ ਖਾ ਕੇ ਸ਼ਾਮੀ ਅਸੀਂ ਸੌਣ ਲੱਗਣੇ ਆ ਤੇ ਅਸੀਂ ਕਹਿ ਦਿੰਦੇ ਹਾਂ ਚਲੋ 1 ਕੱਪ ਚਾਹ ਹੀ ਪੀ ਲੈਂਦੇ ਹਾਂ ਸਾਰੇ। ਤੇ ਸੋਨੀਆ ਸਾਰਿਆਂ ਜੋਗੀ ਚਾਹ ਬਣਾ ਕੇ ਲਿਆਂਦੀ ਤੇ ਚਾਹ ਦੇ ਵਿੱਚ ਉਹ ਬੇਹੋਸ਼ੀ ਦੀ ਦਵਾਈ ਮਿਲਾ ਦਿੰਦੀ ਹੈ। ਬੇਹੋਸ਼ੀ ਦੀ ਦਵਾਈ ਮਿਲਾਉਂਦੀ ਹੈ ਤੇ ਕੁਛ ਪਰਿਵਾਰ ਅੱਪਰ ਫਲੋਰ ਤੇ ਹੁੰਦੇ ਨੇ ਤੇ ਕੁਛ ਪਰਿਵਾਰ ਜਿਹੜਾ ਮੇਨ ਫਲੋਰ ਤੇ ਹੁੰਦਾ, ਥੱਲੇ ਹੁੰਦੇ ਨੇ। ਪਹਿਲੀ ਮੰਜ਼ਿਲ ਤੇ ਕਈ ਪਰਿਵਾਰ ਹੁੰਦੇ ਨੇ, ਪਰਿਵਾਰ ਦੇ ਮੈਂਬਰ, ਜਿੱਦਾਂ ਪਾਰਟੀ ਚੱਲਦੀ ਸਾਰਾ ਘਰ ਦੇ ਮੈਂਬਰ ਹੀ ਸੀ, ਪਰ ਕੋਈ ਉਹਨਾਂ ਨੇ ਬਾਹਰਲਾ ਨਹੀਂ ਸੀ ਮੰਗਾਇਆ, ਕਿਉਂਕਿ ਬਾਹਰਲਾ ਉਹਨਾਂ ਦਾ ਪਲਾਨ ਸੀ 24 ਤਰੀਕ ਨੂੰ ਮੰਗਾਉਣ ਦਾ। 23 ਤਰੀਕ ਜਿੰਨੇ ਵੀ ਘਰ ਦੇ ਮੈਂਬਰ ਸੀ, 10 ਮੈਂਬਰ ਸੀ ਟੋਟਲ, ਕੁੜੀ ਤੇ ਜਵਾਈ ਮਿਲਾ ਕੇ, ਆ ਸੋਨੀਆ ਤੇ ਉਹਦਾ ਹਸਬੈਂਡ ਸੰਜੀਵ ਜਿਹੜਾ, ਉਹਨੂੰ ਮਿਲਾ ਕੇ 10 ਜਣੇ ਟੋਟਲ ਬੰਦੇ ਸੀ ਜਿਹੜੇ, ਉਹਨਾਂ ਨੂੰ ਮਿਲਾ ਕੇ ਉਹਨਾਂ ਨੇ ਸਾਰਿਆਂ ਨੂੰ ਚਾਹ ਪਿਲਾਈ। ਚਾਹ ਪੀਂਦੇ ਹੀ 10-15 ਮਿੰਟ ਦੇ ਅੰਦਰ ਸਾਰੇ ਬੇਹੋਸ਼ ਹੋ ਗਏ, ਸਿਰਫ 2 ਲੋਕਾਂ ਤੋਂ ਇਲਾਵਾ, ਸੋਨੀਆ ਤੇ ਸੰਜੀਵ ਤੋਂ ਇਲਾਵਾ, ਕਿਉਂਕਿ ਉਹਨਾਂ ਨੇ ਤੇ ਮਿਲਾਈ ਸੀ ਦਵਾਈ, ਇਸ ਕਰਕੇ ਉਹ ਨਹੀਂ ਬੇਹੋਸ਼ ਹੋਏ, ਬਾਕੀ ਸਾਰੇ ਬੇਹੋਸ਼ ਹੋ ਗਏ। ਫਿਰ ਉਹ ਕੀ ਕਰਦੇ ਨੇ, ਮੇਕ ਸ਼ੋਰ ਕਰਦੇ ਨੇ ਕਿ ਸਾਰੇ ਲੋਕ ਬੇਹੋਸ਼ ਹੋ ਗਏ ਨੇ, ਸਹੀ ਤਰੀਕੇ ਨਾਲ ਹੋ ਗਏ ਨੇ।
ਫਿਰ ਉਹ ਜਾਂਦੀ ਆਪਣੇ ਹਸਬੈਂਡ ਨੂੰ ਲੈ ਕੇ ਆਪਣੇ ਪਿਤਾ ਦੇ ਕਮਰੇ ਦੇ ਵਿੱਚ, ਕਿਉਂਕਿ ਉਹਦਾ ਪਿਤਾ ਆਪਣੇ ਕਮਰੇ ਦੇ ਵਿੱਚ ਸੁੱਤਾ ਸੀ ਤੇ ਉਹਨੇ ਚਾਹ ਪੀਤੀ ਤੇ ਉੱਥੇ ਹੀ ਬੇਹੋਸ਼ ਹੋ ਗਿਆ ਸੀ, ਨਾਲ ਉਹਦੀ ਮਾਂ ਵੀ ਸੀ ਦੂਜੇ ਕਮਰੇ ਦੇ ਵਿੱਚ। ਇੱਦਾਂ ਹੁੰਦਾ ਕਿ ਉਹ ਜਾਂਦੇ ਪਿਤਾ ਦੇ ਕਮਰੇ 'ਚ ਤੇ ਮੇਕ ਸ਼ੋਰ ਕਰਦੇ ਕਿ ਪਿਤਾ ਬੇਹੋਸ਼ ਹੋ ਚੁੱਕਾ ਹੈ। ਫਿਰ ਉਹ ਆਪਣੇ ਹਸਬੈਂਡ ਨੂੰ ਕਹਿੰਦੀ ਏ ਕਿ ਆਪਣਾ ਪਿਸਤੌਲ ਕੱਢ ਤੇ ਮੇਰੇ ਪਿਓ ਨੂੰ ਗੋਲੀ ਮਾਰ ਦੇ। ਪਰ ਉਹਦਾ ਹਸਬੈਂਡ ਕਹਿੰਦਾ ਕਿ ਮੇਰੇ ਕੋਲ 6 ਗੋਲੀਆਂ ਨੇ, ਨਾਲੇ ਇਹ ਪਿਸਟਲ ਹੈ ਜਿਹੜੀ ਮੇਰੇ ਨਾਂ 'ਤੇ ਵੇ, ਪੁਲਿਸ ਨੂੰ ਫੱਟ ਪਤਾ ਲੱਗ ਜਾਣਾ ਕਿ ਇਹ ਗੋਲੀ ਕਿੰਨੇ ਚਲਾਈ ਤੇ ਕਿੱਦਾਂ ਵੇ। ਫਿਰ ਉਹ ਜਾਂਦੀ ਹੈ ਥੱਲੇ ਤੇ ਉਹਨੂੰ ਪਤਾ ਹੈ ਕਿ ਉਹਨਾਂ ਦੇ ਗੈਰੇਜ ਦੇ ਵਿੱਚ ਇੱਕ ਰਾੜ ਪਈ ਸੀ, ਮੋਟੀ ਲੋਹੇ ਦੀ ਰਾੜ, ਉਹ ਲੈ ਕੇ ਆਂਦੀ ਹੈ। ਉਹ ਕਹਿੰਦੀ ਕਿ ਹੁਣ ਇਹ ਰਾੜ ਮੇਰੇ ਪਿਤਾ ਦੇ ਸਿਰ 'ਚ ਮਾਰ ਤਾਂ ਕਿ ਮੇਕ ਸ਼ੋਰ ਹੋਵੇ ਕਿ ਮਰ ਜਾਵੇ, ਇਹਦਾ ਖੋਪੜ ਲੱਗ ਜਾਵੇ। ਪਰ ਉਹਦਾ ਜਿਹੜਾ ਹਸਬੈਂਡ ਹੁੰਦਾ ਹੈ ਉਹਨੇ ਕਦੀ ਕੋਈ ਇੱਦਾਂ ਦੀ ਚੀਜ਼ ਕੀਤੀ ਨਹੀਂ ਹੁੰਦੀ। ਉਹ ਨਾ ਨੁੱਕਰ ਕਰਦਾ ਹੈ ਕਿ ਅਸੀਂ ਗਲਤ ਕਰਨੇ ਪਏ ਹਾਂ ਕਿਉਂਕਿ ਮੈਂ ਆਹ ਕੰਮ ਨਹੀਂ ਕਰ ਸਕਦੀ ਹੈਗੀ, ਮੈਂ ਨਹੀਂ ਇਹ ਕੰਮ ਕਰ ਸਕਦਾ। ਪਰ ਉਹ ਉਹਨੂੰ ਵਾਸਤਾ ਦਿੰਦੀ ਕਿ ਮੈਂ ਤੇਰੇ ਨਾਲ ਪਿਆਰ ਕਰਨੀ ਹੈ, ਇੱਦਾਂ ਉੱਦਾਂ, ਤੂੰ ਪਲੀਜ਼ ਮੇਰੇ ਕਰਕੇ ਕਰ ਦੇ। ਉਹਨੂੰ ਬਹੁਤ ਇੱਦਾਂ ਉਕਸਾਉਂਦੀ ਹੈ। ਉਕਸਾਉਣ ਨਾਲ ਉਹ ਉਹਦੇ ਪਿਓ ਦੇ ਸਿਰ 'ਤੇ 4-5 ਰਾਡਾਂ ਨਾਲ ਵਾਰ ਕਰਦਾ ਹੈ, ਜਿੱਥੇ ਪਿਓ ਦੀ ਮੌਤ ਹੋ ਜਾਂਦੀ ਹੈ। ਪਿਓ ਦੀ ਮੌਤ ਹੋਣ ਤੋਂ ਬਾਅਦ ਉਹ ਆਪਣੀ ਮਾਂ ਦੇ ਕਮਰੇ 'ਚ ਜਾਂਦੀ। ਸੇਮ ਚੀਜ਼ ਉਹ ਮਾਂ ਨਾਲ ਕਰਨਾ ਚਾਹੁੰਦੀ, ਪਰ ਉਹਦਾ ਜਿਹੜਾ ਹਸਬੈਂਡ ਹੈ ਉਹ ਡਰ ਜਾਂਦਾ ਹੈ, ਕਹਿੰਦਾ ਨਹੀਂ ਮੇਰੇ ਤੋਂ ਇਹ ਚੀਜ਼ ਨਹੀਂ ਹੋਣੀ ਹੈਗੀ। ਫਿਰ ਉਹ ਕੀ ਕਰਦੀ ਹੈ ਕਿ ਖੁਦ ਸਰਾਣਾ ਲੈ ਕੇ ਤੇ ਆਪਣੀ ਮਾਂ ਦੇ ਸਾਹ ਘੁੱਟਦੀ ਹੈ ਸਰਾਣੇ ਨਾਲ, ਕਿਉਂਕਿ ਮਾਂ ਪਹਿਲਾਂ ਬੇਹੋਸ਼ ਹੁੰਦੀ, ਸਿਰਫ ਸਾਹ ਹੀ ਘੁੱਟਣੇ ਹੁੰਦੇ ਨੇ, ਪਰ ਉਹ ਤੋਂ ਮਰਦੀ ਨਹੀਂ ਹੈਗੀ। ਫਿਰ ਉਹ ਕਹਿੰਦੀ ਆਪਣੇ ਹਸਬੈਂਡ ਨੂੰ ਕਿ ਦੇਖ ਆ ਦੇ ਮੈਂ ਆਪਣੀ ਮਾਂ ਨਾਲ ਇੱਦਾਂ ਕਰਨ ਡੀ ਹਾਂ, ਅਤੇ ਜਦੋਂ ਮੈਂ ਤੈਨੂੰ ਕਹਿੰਦੀ ਪਈ ਹਾਂ ਕਿ ਇੱਦਾਂ ਕਰ ਤੇ ਤੈਨੂੰ ਕਰਨਾ ਚਾਹੀਦਾ। ਫਿਰ ਆਪਣੀ ਘਰ ਵਾਲੀ ਨੂੰ ਆਪਣੀਆਂ ਗੱਲਾਂ 'ਚ ਲੈ ਆਉਂਦੀ ਹੈ ਸੰਜੀਵ ਨੂੰ, ਅਤੇ ਉਹ ਫਿਰ ਉਹ 2-3 ਰਾੜ ਮਾਰ ਦਿੰਦਾ ਉਹਦੀ ਮਾਂ ਦੇ ਸਿਰ 'ਤੇ, ਅਤੇ ਉਹਦੀ ਮਾਂ ਦੇ ਮਰ ਜਾਂਦੀ ਹੈ। ਫਿਰ ਜਾਂਦਾ ਬੱਚਿਆਂ ਦੇ ਕਮਰੇ 'ਚ। ਬੱਚੇ ਜਿਹੜੇ ਉਹਦੇ ਭਰਾ ਅਤੇ ਭਾਬੀ ਸੀ ਨਾ, ਉਹਨਾਂ ਦੇ 2 ਬੱਚੇ ਸੀ, ਇੱਕ ਗੁੜੀਆ ਸੀ ਉਹਨਾਂ ਦੀ 3 ਮਹੀਨੇ ਦੀ ਅਤੇ ਇੱਕ ਮੁੰਡਾ ਸੀ 2 ਸਾਲ ਦਾ। ਉਹਨਾਂ ਦੇ ਕਮਰੇ 'ਚ ਜਾਂਦੇ, ਸੇਮ ਥਿੰਗ ਉਹਨਾਂ ਦੇ ਨਾਲ ਵੀ ਕਰਦੇ ਨੇ, ਉਹਨਾਂ ਦੇ ਵੀ ਰਾੜ ਮਾਰ ਕੇ ਛੋਟੇ ਮਾਸੂਮ ਬੱਚਿਆਂ ਨੂੰ ਵੀ ਉਹ ਮਾਰ ਦਿੰਦੇ ਨੇ, ਜਿੱਤੇ ਉਹ ਕੋਈ ਤਰਸ ਨਹੀਂ ਕਰਦੀ। ਔਰ ਹੈਰਾਨੀ ਦੀ ਗੱਲ ਇਹ ਵੇ ਕਿ ਜਦੋਂ ਉਹਨਾਂ ਨੂੰ ਪੁਲਿਸ ਨੇ ਫੜਿਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਇਹ ਮਾਰਦੇ ਹੀ ਅਸੀਂ ਇਹਨਾਂ ਦੇ ਘਰ ਵਾਲਿਆਂ ਨੂੰ, ਅਤੇ ਇਹ ਜਿਹੜੀ ਕੁੜੀ ਸੀ ਜਿਹੜੀ ਸੋਨੀਆ ਸੀ ਬਹੁਤ ਖੁਸ਼ ਹੁੰਦੀ ਸੀ ਅਤੇ ਆਪਣੇ ਹਸਬੈਂਡ ਨਾਲ ਸ਼ੇਕ ਹੈਂਡ ਕਰਦੀ ਸੀ ਕਿ ਅਸੀਂ ਇਹਨਾਂ ਨੂੰ ਮਾਰ ਦਿੱਤਾ। ਫਿਰ ਉਹ ਆਪਣੇ ਭਰਾ ਦੇ ਕਮਰੇ 'ਚ ਜਾਂਦੀ, ਕਿਉਂਕਿ ਸੋਨੀਆ ਦਾ ਜਿਹੜਾ ਭਰਾ ਸੀ ਉਹ ਬਹੁਤ ਹੀ ਹੱਟਾ ਕੱਟਾ ਅਤੇ ਨੌਜਵਾਨ ਸੀ, ਅਤੇ ਸੋਨੀਆ ਨੂੰ ਸ਼ੱਕ ਸੀ ਕਿ ਜੇ ਚੰਗੀ ਤਰ੍ਹਾਂ ਬੇਹੋਸ਼ ਨਾ ਹੋਇਆ ਤਾਂ ਹੋ ਸਕਦਾ ਇਹਨੂੰ ਜਾਗਣਾ ਆ ਜੇ। ਫਿਰ ਉਹ ਆਪਣੇ ਹਸਬੈਂਡ ਨੂੰ ਕਹਿੰਦੀ ਕਿ ਤੇਰੇ 'ਚ ਜਿੰਨਾ ਵੀ ਜ਼ੋਰ ਹੈਗਾ ਨਾ, ਉਨੇ ਜ਼ੋਰ ਨਾਲ ਹੀ ਇਹਦੇ ਸਿਰ 'ਤੇ ਵਾਰ ਕਰ, ਕਿਉਂਕਿ ਜੇ ਉੱਠ ਪਿਆ ਤਾਂ ਹੱਥ ਤੂੰ ਸੰਭਲਣਾ ਨਹੀਂ ਹੈਗਾ ਏ। ਉਹ ਕੀ ਕਰਦਾ, ਉਹ ਉਨੇ ਹੀ ਜ਼ੋਰਾਂ ਨਾਲ ਉਹਨਾਂ ਦੇ ਸਿਰ 'ਤੇ ਵਾਰ ਕਰਦਾ, ਅਤੇ ਉਹ ਆਪਣੇ ਭਰਾ ਨੂੰ ਵੀ ਮੇਕ ਸ਼ੋਰ ਕਰਦੀ ਕਿ ਭਰਾ ਮਰ ਗਿਆ। ਫਿਰ ਉਹ ਇਸੇ ਤਰ੍ਹਾਂ ਹੀ ਉਹਦੀ ਭਾਬੀ ਹੁੰਦੀ ਨਾਲ, ਕਿਉਂਕਿ ਭਾਬੀ ਵੀ ਨਾਲ ਪਈ ਹੁੰਦੀ, ਪਰ ਭਾਬੀ ਵੀ ਬੇਹੋਸ਼ੀ ਹੁੰਦੀ, ਅਤੇ ਭਾਬੀ ਨਾਲ ਵੀ ਉਸੇ ਤਰ੍ਹਾਂ ਰੋੜਾ ਮਾਰ ਕੇ, ਰਾੜ ਜਿਹੜੀ ਹੁੰਦੀ ਉਹ ਮਾਰ ਕੇ ਉਹਨਾਂ ਨੂੰ ਬੇਹੋਸ਼ ਕਰ ਦਿੰਦੀ। ਫਿਰ ਉਹ ਥੱਲੇ ਆਉਂਦੇ ਨੇ, 2 ਘੰਟੇ ਇੰਤਜ਼ਾਰ ਕਰਦੇ ਨੇ, ਫਿਰ ਸੋਚਦੇ ਨੇ ਕਿ ਫਿਰ ਮੇਕ ਸ਼ੋਰ ਕਰਕੇ ਆਈਏ ਇਕੱਲੇ ਦੇ ਕਮਰੇ 'ਚ ਕਿ ਉਹ ਵਾਕਈ ਮਰ ਗਏ ਨੇ ਕਿ ਨਹੀਂ ਮਰੇ। ਉਹ ਮੇਕ ਸ਼ੋਰ ਕਰਨ ਜਾਂਦੇ ਨੇ ਕਿ ਮਰ ਗਏ ਨੇ ਸਾਰੇ। ਫਿਰ ਉਹਨਾਂ ਦੀ ਪਲੈਨਿੰਗ ਚੱਲਦੀ ਕਿ ਹੁਣ ਪੁਲਿਸ ਤੋਂ ਕਿੱਦਾਂ ਬਚਿਆ ਜਾਵੇ, ਕਿਉਂਕਿ ਪੁਲਿਸ ਨੇ ਤਾਂ ਕੁਐਸਚਨ ਕਰਨੇ ਨੇ ਕਿ ਕਿੱਦਾਂ ਹੋਇਆ। ਉਹਨੇ ਇਹੀ ਕਿਹਾ ਆਪਣੇ ਹਸਬੈਂਡ ਨੂੰ ਕਿ ਤੂੰ ਵੀ ਮੇਰੇ ਸਿਰ 'ਚ ਰਾੜ ਮਾਰ, ਇੰਨੀ ਜ਼ੋਰ ਦੀ ਨਾ ਮਾਰੀ ਕਿ ਮੈਂ ਮਰ ਜਾਵਾਂ, ਪਰ ਮਾਰੀ ਸਹੀ ਤਰੀਕੇ ਨਾਲ ਕਿ ਮੈਂ ਬੇਹੋਸ਼ ਹੋ ਜਾਵਾਂ ਅਤੇ ਮੇਰੇ ਵੀ ਖੂਨ ਵਗੇ। ਉਹਦਾ ਹਸਬੈਂਡ ਉਨੀ ਜ਼ੋਰ ਨਾਲ ਉਹਦੇ ਵੀ ਰਾੜ ਮਾਰਦਾ ਅਤੇ ਉਹ ਵੀ ਉੱਥੇ ਡਿੱਗ ਪੈਂਦੀ ਹੈ ਅਤੇ ਬੇਹੋਸ਼ ਹੋਣ ਦਾ ਨਾਟਕ ਕਰਦੀ ਹੈ, ਅਤੇ ਆਪਣੇ ਹਸਬੈਂਡ ਨੂੰ ਕਹਿੰਦੀ ਕਿ ਤੂੰ ਤੁਰ ਜਾ ਦਿੱਲੀ ਵਾਪਸ, ਕਿਉਂਕਿ ਉਹ ਦਿੱਲੀ ਰਹਿੰਦੇ ਸੀ, ਅਤੇ ਉਹਦਾ ਹਸਬੈਂਡ ਚੁੱਪ ਕਰਕੇ ਦਿੱਲੀ ਵਾਪਸ ਤੁਰ ਜਾਂਦਾ। ਦੂਸਰੇ ਦਿਨ ਜਦੋਂ ਤੁਹਾਨੂੰ ਪਤਾ ਹੈ ਕਿ ਉਹ ਨੌਕਰ ਸੀ ਉਹਨਾਂ ਦੇ ਘਰ, ਸਾਰੇ ਨੌਕਰ ਉਹਨਾਂ ਦਾ ਟਾਈਮ ਹੁੰਦਾ ਸਵੇਰੇ ਆਉਣ ਦਾ। ਨੌਕਰ ਜਦੋਂ ਸਵੇਰੇ ਉਹਦੇ ਘਰ ਆਉਂਦਾ ਅਤੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਬਾਹਰਲਾ, ਨੌਕਰ ਘਰ ਦੇ ਅੰਦਰ ਆਉਂਦਾ, ਕੀ ਵੇਖਦਾ ਕਿ ਖੂਨ ਨਾਲ ਲੱਥਪੱਥ ਸਾਰੀਆਂ ਲਾਸ਼ਾਂ ਪਈਆਂ, 9 ਦੀਆਂ 9, ਕਿਉਂਕਿ ਉਹਦੇ ਵਿੱਚ ਉਹਨਾਂ ਦੀ ਕੁੜੀ ਵੀ ਸੀ, ਪਰ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਮਰੀ ਹੈ ਕਿ ਨਹੀਂ ਮਰੀ। ਪਰ ਜਦੋਂ ਸਾਰੀਆਂ ਲਾਸ਼ਾਂ ਦੇ ਵਿੱਚ ਉਹ ਪਈ ਅਤੇ ਸਾਰਿਆਂ ਨੇ ਉਹਨਾਂ ਨੂੰ ਮਰਿਆ ਹੀ ਗਿਣ ਰਹੇ ਸੀ, ਅਤੇ ਪੁਲਿਸ ਆਈ, ਪੁਲਿਸ ਦੇ ਵੱਡੇ ਅਫਸਰ ਆਏ। ਜਦੋਂ ਸਾਰਿਆਂ ਨੂੰ ਐਂਬੂਲੈਂਸ 'ਚ ਪਾ ਕੇ ਹੌਸਪੀਟਲ ਲਿਜਾਣ ਲੱਗੇ, ਸਾਰਾ ਕੁਝ ਵੇਖ ਕੇ ਮੰਜ਼ਰ ਪੁਲਿਸ ਵੀ ਹੈਰਾਨ ਪਰੇਸ਼ਾਨ ਹੋ ਗਈ ਕਿ ਕਿਸੇ ਨੇ ਕੋਈ ਆਇਆ ਅਤੇ ਸਾਰੇ ਫੈਮਿਲੀ ਦਾ ਕਤਲ ਕਰਕੇ ਦੌੜ ਗਿਆ। ਅਤੇ ਜਦੋਂ ਸਾਰਿਆਂ ਨੂੰ ਪਾਣ ਲੱਗੀ ਤਾਂ ਬਾਅਦ 'ਚੋਂ ਪਤਾ ਚੱਲਦਾ ਹੈ ਕਿ ਉਹ ਕੁੜੀ ਜਿਹੜੀ ਸੋਨੀਆ ਉਹਦੇ ਸਾਹ ਚੱਲਦੇ ਪਏ ਨੇ। ਪੁਲਿਸ ਨੇ ਸੋਚਿਆ ਕਿ ਚਲੋ ਇਹਨੂੰ ਫਟਾਫਟ ਬਚਾ ਲਈਏ, ਕਾਤਲ ਇਹਨੂੰ ਇਹ ਬਚ ਸਕਦੀ ਅਤੇ ਇਹਨੂੰ ਬਚਾ ਲਈਏ। ਉਹਨੂੰ ਫਟਾਫਟ ਹੌਸਪੀਟਲ ਲੈ ਕੇ ਜਾਂਦੇ ਨੇ ਅਤੇ ਉਹਨੂੰ ਹੌਸਪੀਟਲ ਦਾਖਲ ਕਰਾ ਦਿੰਦੇ ਨੇ। ਪਰ ਤੁਹਾਨੂੰ ਪਤਾ ਹੈ ਕਿ ਜਿਹੜਾ ਕੁਦਰਤ ਹੈ ਉਹ ਇਨਸਾਫ ਇਸੇ ਦੁਨੀਆ ਦੇ ਵਿੱਚ ਕਰਦਾ ਹੈ। ਕੁਦਰਤ ਜਿਹੜਾ ਹੈ ਉਹ ਇਨਸਾਫ ਇਸੇ ਦੁਨੀਆ 'ਚ ਕਰਦਾ ਹੈ, ਅਤੇ ਬੰਦੇ ਜਿਹੜਾ ਗਲਤ ਕਰਦਾ ਹੈ ਕੰਮ, ਉਹਦੇ ਤੋਂ ਹੀ ਕੋਈ ਐਸੀ ਗਲਤੀ ਕਰਾ ਦਿੰਦਾ ਜਿਹਦੇ ਨਾਲ ਉਹ ਫੜਿਆ ਜਾਂਦਾ ਹੈ। ਗੱਲ ਇੱਦਾਂ ਹੁੰਦੀ ਕਿ 2 ਹਫ਼ਤੇ ਪਹਿਲਾਂ ਉਹ ਪਹਿਲਾਂ ਵੀ ਆਪਣੇ ਪੇਕੇ ਆਈ ਸੀ ਸੋਨੀਆ, ਅਤੇ ਪੇਕੇ ਤੋਂ ਉਹਨੇ ਇੱਕ ਲੈਟਰ ਲਿਖਿਆ ਸੀ ਆਪਣੇ ਘਰ ਵਾਲੇ ਨੂੰ ਕਿ ਤੂੰ ਇੱਥੇ ਆ ਅਤੇ ਮੇਰੇ ਘਰ ਵਾਲਿਆਂ ਦਾ ਕਤਲ ਕਰ, ਨਹੀਂ ਤਾਂ ਮੈਂ ਤੇਰੇ ਨਾਲ ਨਹੀਂ ਰਹਿਣਾ ਹੈਗਾ, ਤੈਨੂੰ ਇਹ ਕਤਲ ਕਰਨਾ ਪੈਣਾ। ਜੇ ਤੂੰ ਨਹੀਂ ਕੀਤੀ ਕਤਲ
ਤੇ ਇਹ ਕਤਲ ਫਿਰ ਮੈਂ ਖੁਦ ਕਰਾਂਗੀ। ਤੇ ਉਹ ਜਿਹੜੀ ਡੈਰੀ ਸੀ, ਜਿਹੜੇ ਕਮਰੇ 'ਚ ਰਹਿੰਦੀ ਸੀ, ਕਿਉਂਕਿ ਉਹ ਅਮੀਰ ਫੈਮਿਲੀ ਸੀ ਤੇ ਕੱਲੇ ਆਪਣੇ ਆਪਣੇ ਕਮਰੇ 'ਚ ਰਹਿੰਦੇ ਸੀ, ਉਹਨੇ ਉਹ ਚਿੱਠੀ ਉਹਦੀ ਡੈਰੀ 'ਚ ਰਹਿ ਗਈ ਤੇ ਉਹ ਬੰਦ ਕਰਤੀ ਤੇ ਉਹ ਭੁੱਲ ਗਈ, ਉਹਨੂੰ ਪੋਸਟ ਕਰਨਾ ਆਪਣੇ ਹਸਬੈਂਡ ਨੂੰ ਭੁੱਲ ਗਈ। ਤੇ ਬਾਅਦ 'ਚ ਉਹਦੇ ਦਿਮਾਗ 'ਚੋਂ ਵੀ ਨਿਕਲ ਗਿਆ ਕਿ ਇੱਦਾਂ ਦੀ ਮੈਂ ਕੋਈ ਚਿੱਠੀ ਆਪਣੇ ਹਸਬੈਂਡ ਨੂੰ ਲਿਖੀ ਹੈ। ਜਦੋਂ 24 ਅਗਸਤ ਨੂੰ ਇਹ ਸਾਰੇ ਕਤਲ ਹੁੰਦੇ ਨੇ, ਮਤਲਬ 23 ਅਗਸਤ ਰਾਤ ਨੂੰ ਤੇ 24 ਤਰੀਕ ਪੁਲਿਸ ਆਂਦੀ ਤੇ ਸਾਰੀ ਇਨਕੁਆਇਰੀ ਹੁੰਦੀ, ਤੇ 25 ਤਰੀਕ ਦੁਬਾਰਾ ਫਿਰ ਪੁਲਿਸ ਦੇ ਵੱਡੇ ਇਨਵੈਸਟੀਗੇਟਰ ਆਉਂਦੇ ਨੇ, ਸਾਰੇ ਆਉਂਦੇ ਨੇ ਕਿ ਘਰ ਦੀ ਇਨਵੈਸਟੀਗੇਸ਼ਨ ਕਰੀਏ ਕਿ ਕੌਣ ਕਿੱਦਾਂ ਆਇਆ ਸੀ, ਕਿ ਕੀ ਕੋਈ ਫੋਰਸ ਐਂਟਰੀ, ਕੀ ਚੀਜ਼। ਫੋਰਸ ਐਂਟਰੀ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਫਿਰ ਪੁਲਿਸ ਵਾਲੇ ਤੁਹਾਨੂੰ ਪਤਾ ਸਾਰੇ ਘਰ ਦੀ ਛਾਣਬੀਨ ਕਰਦੇ ਨੇ। ਸਾਰੇ ਘਰ ਦੀ ਛਾਣਬੀਨ ਕਰਦਿਆਂ ਪੁਲਿਸ ਦੇ ਹੱਥ ਇੱਕ ਡਾਇਰੀ ਲੱਗਦੀ ਹੈ ਉਹਦੇ ਸੋਨੀਆ ਦੇ ਕਮਰੇ 'ਚੋਂ। ਪੁਲਿਸ ਵੇਖਦੀ ਉਹ ਡਾਇਰੀ ਨੂੰ ਤੇ ਡਾਇਰੀ ਦੇ ਵਿੱਚ ਉਹਨਾਂ ਨੂੰ ਉਹ ਚਿੱਠੀ ਮਿਲ ਜਾਂਦੀ ਜਿੱਤੇ ਉਹ ਸਾਰਾ ਕੁਝ ਲਿਖਿਆ ਹੁੰਦਾ। ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਤੇ ਕੋਈ ਇਹਨੇ ਕਤਲ ਨਹੀਂ ਕੀਤਾ, ਤੇ ਘਰ ਦੀ ਗੱਲ ਹੀ ਹੈ। ਪੁਲਿਸ ਜਾਂਦੀ ਸੋਨੀਆ ਕੋਲ, ਸੋਨੀਆ ਨੂੰ ਕਹਿੰਦੀ ਕਿ ਇਹ ਡਾਇਰੀ ਤੁਹਾਡੀ ਹੈ। ਸੋਨੀਆ ਕਹਿੰਦੀ ਹਾਂ ਇਹ ਡਾਇਰੀ ਮੇਰੀ ਹੈ। ਤੇ ਸੋਨੀਆ ਨੇ ਵਿੱਚ ਉਹ ਡਾਇਰੀ ਦੇ ਪਹਿਲਾਂ ਵੀ ਕਈ ਚੀਜ਼ਾਂ ਲਿਖੀਆਂ ਸੀ, ਤੇ ਜਿਹੜੀ ਉਹ ਚਿੱਠੀ ਲਿਖੀ ਸੀ ਪੁਲਿਸ ਨੇ ਉਹ ਚਿੱਠੀ ਦੇ ਨਾਲ ਉਹਦੀ ਹੈਂਡ ਰਾਈਟਿੰਗ ਮੈਚ ਕਰ ਲਈ ਕਿ ਹਾਂ ਵੀ ਹੈਂਡ ਰਾਈਟਿੰਗ ਮੈਚ ਹੋ ਗਈ ਹੈ ਤੇ ਇਹੀ ਕਾਤਲ ਹੈ। ਪੁਲਿਸ ਨੇ ਸੋਨੀਆ ਤੋਂ ਬੜਾ ਪੁੱਛਿਆ ਪਰ ਸੋਨੀਆ ਮੰਨੀ ਨਹੀਂ ਹੈਗੀ। ਫਿਰ ਪੁਲਿਸ ਨੇ ਫੈਸਲਾ ਕੀਤਾ ਕਿ ਰਜੀਵ ਦਾ ਜਿਹੜਾ ਹਸਬੈਂਡ ਹੈ ਜਿਹਨੂੰ ਇਹਨੇ ਚਿੱਠੀ ਲਿਖੀ ਸੀ, ਉਹਨੂੰ ਸ਼ਾਇਦ ਕੁਝ ਪਤਾ ਹੋਵੇ, ਉਹਨੂੰ ਚੁੱਕ ਕੇ ਲੈ ਕੇ ਆਉਂਦੇ ਆ। ਉਹਨੂੰ ਦਿੱਲੀ ਤੋਂ ਲੈ ਕੇ ਆਉਂਦੇ ਨੇ। ਉਹਨੂੰ ਤੁਹਾਨੂੰ ਪਤਾ ਪੁਲਿਸ ਫਿਰ ਆਪਣੇ ਹਿਸਾਬ ਨਾਲ ਟਰੀਟਮੈਂਟ ਕਰਦੀ ਜਦੋਂ ਉਹਨੇ ਪੁਲਿਸ ਨੇ ਆਪਣੇ ਹਿਸਾਬ ਨਾਲ ਟਰੀਟਮੈਂਟ ਉਹਦੀ ਕੀਤੀ ਤੇ ਉਹ ਫਿਰ ਟੁੱਟ ਗਿਆ। ਫਿਰ ਉਹਨੇ ਸਾਰਾ ਕੁਝ ਦੱਸ ਦਿੱਤਾ ਕਿ ਹਾਂ ਬਈ ਇੱਦਾਂ ਹੋਇਆ ਸਾਰਾ ਕੁਝ, ਆ ਗੱਲ ਫਾਤੇ। ਪੁਲਿਸ ਨੇ ਫਿਰ ਉਸੇ ਤੁਹਾਨੂੰ ਪਤਾ ਜਦੋਂ ਇੱਕ ਦੀ ਬਿਆਨਬਾਜ਼ੀ ਹੋ ਜੇ ਰਿਕਾਰਡਡ ਤੇ ਪੁਲਿਸ ਦੂਜੇ ਦੇ ਸਾਹਮਣੇ ਫਿਰ ਸਾਹਮਣੇ ਬਿਠਾ ਕੇ ਦੋਨਾਂ ਦੀ ਗੱਲ ਕਰਾਉਂਦੀ। ਜਦੋਂ ਸਾਹਮਣੇ ਬਿਠਾ ਕੇ ਦੋਨਾਂ ਦੀ ਗੱਲ ਕਰਾਈ ਹੈ ਤੇ ਫਿਰ ਸੋਨੀਆ ਵੀ ਟੁੱਟ ਗਈ ਕਿ ਹਾਂ ਬਈ ਅਸੀਂ ਮਾਰੇ ਨੇ ਸਾਰਿਆਂ ਨੂੰ। ਫਿਰ ਕਹਾਣੀ ਸ਼ੁਰੂ ਹੁੰਦੀ ਹੈ। ਫਿਰ ਸੋਨੀਆ ਆਪਣੀ ਸਾਰੀ ਕਹਾਣੀ ਪੁਲਿਸ ਨੂੰ ਸੁਣਾਉਂਦੀ ਹੈ। ਸੋਨੀਆ ਦਾ ਕਹਿਣਾ ਸੀ ਕਿ ਉਹ ਤਾਈਕੋਂਡੇ ਦੀ ਪਲੇਅਰ ਸੀ, ਤੇ ਜਿਹੜਾ ਰਾਜੀਵ ਸੀ ਉਦੋਂ ਉਹ ਵੀ ਇੱਕ ਵੱਡਾ ਉਹ ਪਲੇਅਰ ਸੀ, ਉੱਥੇ ਪਲੇਅਰ ਸਪੋਰਟਸਮੈਨ ਸੀ। ਇਹ ਦੋਨਾਂ ਦੀ ਮੁਲਾਕਾਤ ਹੁੰਦੀ ਹੈ, ਇਹ ਮੁਲਾਕਾਤ ਪਿਆਰ 'ਚ ਬਦਲ ਜਾਂਦੀ ਹੈ ਤੇ ਇਹ ਘਰ ਵਾਲਿਆਂ ਤੋਂ ਚੋਰੀ ਵਿਆਹ। ਫਿਰ ਜਦੋਂ ਘਰ ਵਾਲਿਆਂ ਨੂੰ ਪਤਾ ਲੱਗਦਾ, ਘਰ ਵਾਲੇ ਬਹੁਤ ਵਿਰੋਧ ਕਰਦੇ ਨੇ ਕਿਉਂਕਿ ਇਹਦਾ ਪਿਓ ਤੁਹਾਨੂੰ ਦੱਸਿਆ ਕਿ ਬਹੁਤ ਹੀ ਅਮੀਰ ਆਦਮੀ ਸੀ, ਵਿਧਾਇਕ ਸੀ, ਵੈਸੇ ਵੀ ਉਹਦੇ ਬਹੁਤ ਬਿਜ਼ਨਸ ਸਨ, ਜ਼ਮੀਨ ਜਾਇਦਾਦ ਸੀ, 100-200 ਕਿੱਲਾ ਪੈਲੀ ਸੀ ਇਹਨਾਂ ਦੀ, ਬਹੁਤ ਜ਼ਿਆਦਾ ਅਮੀਰ ਸਨ। ਤੇ ਜਿਹੜਾ ਜਵਾਈ ਸੀ ਸੰਜੀਵ, ਜਿਹਦੇ ਨਾਲ ਵਿਆਹ ਕਰਾਇਆ ਸੀ ਸੋਨੀਆ ਨੇ, ਉਹ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਤੇ ਪਿਤਾ ਨੂੰ ਇਹ ਨਾਮਨਜ਼ੂਰ ਸੀ ਕਿ ਨਹੀਂ ਮੈਂ ਇਸ ਨੂੰ ਮਨਜ਼ੂਰ ਨਹੀਂ ਕਰ ਸਕਦਾ ਐਜ਼ ਏ ਜਵਾਈ, ਕਿ ਇਹ ਸਾਡੀ ਔਕਾਤ ਦਾ ਨਹੀਂ ਹੈਗਾ, ਜਿੱਦਾਂ ਸਾਡੇ ਲੈਵਲ ਦਾ ਨਹੀਂ ਹੈਗਾ। ਤੁਹਾਨੂੰ ਪਤਾ ਕੁਛ ਸਮਾਂ ਬੀਤਿਆ, ਉਸ ਕੁੜੀ ਦੇ ਮੁੰਡਾ ਹੋ ਗਿਆ, ਸੋਨੀਆ ਦੇ ਇੱਕ ਮੁੰਡਾ ਹੋਇਆ। ਮੁੰਡੇ ਦੇ ਨਾਲ ਤੁਹਾਨੂੰ ਪਤਾ ਹੈ ਫਿਰ ਦੋਤਰੇ ਨਾਲ ਪਿਆਰ ਵੱਜ ਗਿਆ ਨਾਨੇ ਦਾ, ਤੇ ਨਾਨੇ ਨੇ ਦੋਨਾਂ ਨੂੰ ਮਾफ़ ਕਰਤਾ ਤੇ ਦੋਨਾਂ ਨੂੰ ਆਉਣ ਦੀ ਆਪਣੇ ਘਰ ਇਜਾਜ਼ਤ ਵੀ ਦੇ ਦਿੱਤੀ। ਦੋਨਾਂ ਦਾ ਪਿਆਰ ਆਪਸ 'ਚ ਫਿਰ ਉੱਦਾਂ ਹੀ ਹੋ ਗਿਆ, ਘਰ ਵਾਲਿਆਂ ਨਾਲ ਆਉਣ ਜਾਣਾ ਸ਼ੁਰੂ ਹੋ ਗਿਆ ਸਾਰਾ ਕੁਛ। ਫਿਰ ਸੋਨੀਆ ਨੇ ਕਿਹਾ ਕਿ ਮੇਰਾ ਹਸਬੈਂਡ ਇੱਕ ਮਿਡਲ ਮੈਨ ਹੈ, ਤੁਸੀਂ ਇਹਦੀ ਮਦਦ ਕਰੋ ਕਿ ਜਿਹੜੀ ਉਹ ਜ਼ਮੀਨ ਹੈ 50 ਕਿੱਲੇ ਵੇਚ ਕੇ ਤੇ ਇਹਨੂੰ ਥੋੜ੍ਹਾ ਪੈਸਾ ਦਿਓ ਤੇ ਇਹ ਬਿਜ਼ਨਸ ਸ਼ੁਰੂ ਕਰੇ ਆਪਣਾ। ਤੇ ਜਿਹੜਾ ਸੋਨੀਆ ਦਾ ਪਿਓ ਤੇ ਮੰਨ ਗਿਆ, ਪਰ ਜਿਹੜਾ ਉਹਦਾ ਭਰਾ ਸੀ ਉਹ ਨਹੀਂ ਮੰਨਿਆ। ਉਹ ਕਹਿੰਦਾ ਅਸੀਂ ਤੇ ਜ਼ਮੀਨ ਜਾਇਦਾਦ ਬੜੀ ਮੁਸ਼ਕਿਲਾਂ ਨਾਲ ਬਣਾਈ ਹੈ, ਜ਼ਮੀਨ ਜਾਇਦਾਦ ਨਹੀਂ, ਤੁਹਾਨੂੰ ਥੋੜ੍ਹੇ ਬਹੁਤੇ ਪੈਸੇ ਦਿੰਦੇ ਆ ਤੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰੋ ਜੇ ਤੁਸੀਂ ਕਰ ਸਕਦੇ ਹੋ, ਤੇ ਉੱਦਾਂ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰਨੀ। ਤੇ ਸੋਨੀਆ ਨੂੰ ਜਾਪਿਆ ਤੇ ਇਹ ਤੇ ਬੜਾ ਮੇਰੇ ਨਾਲ ਬੁਰਾ ਹੋਇਆ, ਇਹਦੇ ਕਾਰਨ ਤੇ ਮੈਨੂੰ ਜ਼ਮੀਨ ਜਾਇਦਾਦ ਤੋਂ ਵੀ ਬੇਦਖਲ ਕਰ ਦੇਣਗੇ, ਮੈਨੂੰ ਤਾਂ ਕੁਛ ਮਿਲੇਗਾ ਹੀ ਨਹੀਂ। ਉਦੋਂ ਕਿਉਂਕਿ ਇਹ ਜਿਹੜੀ ਸੋਨੀਆ ਦੱਸੀ ਜਾਂਦੀ ਸੀ ਕਿ ਦਿਮਾਗੀ ਤੌਰ 'ਤੇ ਇੱਦਾਂ ਜਿੱਦਾਂ ਤੁਸੀਂ ਫਿਲਮਾਂ ਨਹੀਂ ਵੇਖਦੇ ਕਿ ਆਪਣੇ ਆਸ਼ਕ ਲਈ ਜਾਂ ਆਪਣੇ ਹਸਬੈਂਡ ਲਈ ਇੱਕ ਪਾਗਲਾਂ ਦੀ ਤਰ੍ਹਾਂ ਪਿਆਰ ਕਰਦੀ, ਜਿੱਦਾਂ ਕਿ ਹਸਬੈਂਡ ਲਈ ਬਹੁਤ ਕੁਛ ਕਰ ਸਕਦੀ, ਜੋ ਮਰਜ਼ੀ ਕਰ ਸਕਦੀ, ਜਿੱਦਾਂ ਸੋਨੀਆ ਉਸ ਤਰ੍ਹਾਂ ਆਪਣੇ ਹਸਬੈਂਡ ਨਾਲ ਪਿਆਰ ਕਰਦੀ ਸੀ। ਤੇ ਉਹ ਵੇਖਦੀ ਸੀ ਕਿ ਮੇਰੇ ਹਸਬੈਂਡ ਨੂੰ ਪੈਸੇ ਨਹੀਂ ਦਿੱਤੇ ਤੇ ਉਹਦੇ ਮਨ 'ਚ ਇਹੀ ਸੀ ਕਿ ਮੈਂ ਜੇ ਇਹ ਪੈਸੇ ਨਹੀਂ ਨਾ ਦਿੰਦੇ ਤੇ ਇਹਨਾਂ ਸਾਰਿਆਂ ਨੂੰ ਮਾਰ ਕੇ ਜਿੰਨੇ ਪੈਸੇ ਨੇ ਨਾ ਉਹ ਸਾਰੇ ਮੇਰੇ ਹੋ ਜਾਣਗੇ। ਉਹਦੀ ਸੋਚ ਇਹ ਹੋ ਗਈ, ਮਤਲਬ ਅਚਾਨਕ ਸੋਚ ਇਹਦੀ ਉਹ ਹੋ ਗਈ ਕਿ ਮੈਂ ਆਪਣੇ ਸਾਰੇ ਘਰ ਵਾਲਿਆਂ ਨੂੰ ਮਾਰ ਦਿੰਦੀ ਹਾਂ, ਜਦੋਂ ਕੋਈ ਬਚਣਾ ਹੀ ਨਹੀਂ ਤੇ ਸਾਰੇ ਪੈਸੇ ਸਾਡੇ ਹੋ ਜਾਣੇ ਨੇ। ਪ੍ਰੋਪਰਟੀ ਦਾ ਜਿੱਦਾਂ ਕਹਿ ਲਓ ਦਿਮਾਗ ਦੇ ਵਿੱਚ ਉਹਦੇ ਆ ਗਿਆ, ਪ੍ਰੋਪਰਟੀ ਲੈਣੀ ਹੁਣ ਸਾਰੀ, ਜਿੱਦਾਂ ਜੋ ਮਰਜ਼ੀ ਹੋ ਜੇ ਮੇਰੇ ਘਰ ਵਾਲੇ ਮੈਨੂੰ ਇੱਦਾਂ ਨਹੀਂ ਦਿੰਦੇ ਤੇ ਮੈਂ ਉਹਨਾਂ ਨੂੰ ਮਾਰ ਕੇ ਹੀ ਸਾਰੀ ਪ੍ਰੋਪਰਟੀ ਲੈ ਲੈਣੀ। ਤੇ ਉਹ ਇੱਦਾਂ ਹੀ ਕਰਕੇ ਪਲਾਨ ਬਣਾਉਂਦੀ ਸਾਰਾ ਤੇ ਆਪਣੇ ਹਸਬੈਂਡ ਨੂੰ ਵਿੱਚ ਸ਼ਾਮਲ ਕਰ ਲੈਂਦੀ ਹੈ। ਤੇ ਹਸਬੈਂਡ ਮਜਬੂਰ, ਕਿਉਂਕਿ ਹਸਬੈਂਡ ਵੀ ਉਹਦੇ ਨਾਲ ਸੋਨੀਆ ਨਾਲ ਪਿਆਰ ਕਰਦਾ ਹੁੰਦਾ ਤੇ ਹਸਬੈਂਡ ਵੀ ਮੰਨ ਜਾਂਦਾ
ਕਿ ਚੱਲ ਮੈਂ ਇਦਾਂ कर ਲਾਂਗੇ ਤੇ ਕਿਸੇ ਦਾ ਨਾਂ ਲਾ ਦਾਂਗੇ, ਕਿਉਂਕਿ ਵੱਡਾ ਵਧਾਏ ਕਿ ਅਸੀਂ ਕਵਾਂਗੇ ਇਹਨਾਂ ਦੀ ਦੁਸ਼ਮਣੀ ਹੋਏਗੀ ਕਿਸੇ ਦੇ ਨਾਲ। ਕਿਉਂਕਿ ਸੋਨੀਆ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਕਿ ਤੇਰੇ ਰਾੜ ਤੈਨੂੰ ਕਿ ਤੂੰ ਕੀ ਵੇਖਿਆ ਉੱਥੇ, ਕਿੱਦਾਂ ਮਰੇ ਸਾਰੇ, ਤੇ ਸੋਨੀਆ ਨੇ ਇਹੀ ਬਿਆਨ ਦਿੱਤਾ ਸੀ ਕਿ ਮੇਰੇ ਸਿਰ ਤੇ ਰਾੜ ਵੱਜੀ ਸੀ ਤੇ ਉਹ ਰਾੜ ਕਾਰਨ ਮੈਂ ਬੇਹੋਸ਼ ਹੋ ਗਈ ਹਾਂ ਤੇ ਮੈਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਤੇ ਕੀ ਨਹੀਂ, ਤੇ ਮੇਰਾ ਪਤੀ ਤੇ ਪਹਿਲਾਂ ਹੀ ਤੁਰ ਗਿਆ ਸੀ, ਉਹਨੂੰ ਕੋਈ ਕੰਮ ਸੀ ਤੇ ਉਹ ਪਹਿਲਾਂ ਹੀ ਦਿੱਲੀ ਤੁਰ ਗਿਆ ਸੀ। ਤੇ ਇਦਾਂ ਉਹਨਾਂ ਨੇ ਪਲਾਨ ਬਣਾਇਆ ਸੀ ਕਿ ਪੁਲਿਸ ਨੂੰ ਪਤਾ ਹੀ ਨਹੀਂ ਲੱਗਣਾ ਕਿ ਕਿੰਨੇ ਮਾਰਿਆ ਕਿੰਨੇ ਨਹੀਂ। ਪਰ ਤੁਹਾਨੂੰ ਪਤਾ ਹੈ ਕਿ ਰੱਬ ਨੇ ਕੁਦਰਤ ਨੇ ਫੜਾਣਾ ਹੁੰਦਾ ਤੇ ਉਹ ਚਿੱਠੀ ਰੱਖ ਕੇ ਭੁੱਲ ਗਈ ਸੀ ਆਪਣੇ, ਤੇ ਪੁਲਿਸ ਨੂੰ ਉਹੀ ਚਿੱਠੀ ਤੋਂ ਸ਼ੱਕ ਪੈ ਗਿਆ ਤੇ ਪੁਲਿਸ ਨੇ ਉਹੀ ਉਹਦੇ ਹਸਬੈਂਡ ਨੂੰ ਵੀ ਮਨਾ ਲਿਆ ਤੇ ਸੀ ਇਹਨੂੰ ਵੀ ਮਨਾ ਲਿਆ। ਕੇਸ ਚੱਲ ਗਿਆ ਜੀ ਲੋਅਰ ਅਦਾਲਤ ਦੇ ਵਿੱਚ, ਹਾਈ ਪ੍ਰੋਫਾਈਲ ਕੇਸ ਸੀ। ਲੋਅਰ ਅਦਾਲਤ ਨੇ ਵੀ ਛੇਤੀ 2 ਮਹੀਨਿਆਂ 'ਚ ਫੈਸਲਾ ਕਰਤਾ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ, ਕਿਉਂਕਿ ਇਹਨਾਂ ਨੇ ਆਪਣੇ ਮਾਪਿਆਂ ਨੂੰ ਮਾਰਿਆ, 8 ਜਣਿਆਂ ਨੂੰ ਮਾਰਿਆ, ਜਿਨ੍ਹਾਂ ਦੇ ਵਿੱਚ 3 ਮਹੀਨਿਆਂ ਦੀ ਮਾਸੂਮ ਬੱਚੀ ਸੀ ਤੇ 2 ਸਾਲ ਦਾ ਇੱਕ ਬੱਚਾ ਵੀ ਸੀ। ਤੇ ਇਹ ਰੇਅਰ ਕੇਸ ਦੇ ਵਿੱਚ ਆਂਦਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਉਹ ਉਤਲੀ ਅਦਾਲਤ 'ਚ ਕਰਦੇ ਨੇ, ਹਾਈ ਕੋਰਟ ਦੇ ਵਿੱਚ ਕੇਸ ਕਰਦੇ ਨੇ। ਹਾਈ ਕੋਰਟ ਉਹਨਾਂ ਦੀ ਉਹ ਸਜ਼ਾ ਕੱਟ ਕੇ, ਜਿੱਦਾਂ ਫਾਂਸੀ ਦੀ ਸਜ਼ਾ ਕੱਟ ਕੇ ਉਮਰ ਕੈਦ ਦੀ ਸਜ਼ਾ ਕਰ ਦਿੰਦਾ ਕਿ ਇਹਨਾਂ ਨੂੰ ਉਮਰ ਕੈਦ ਹੋਣੀ ਚਾਹੀਦੀ, ਫਾਂਸੀ ਨਹੀਂ ਹੋਣੀ ਚਾਹੀਦੀ। ਕੇਸ ਫਿਰ ਅੱਗੇ ਚੱਲ ਜਾਂਦਾ, ਸੁਪਰੀਮ ਕੋਰਟ ਤੱਕ ਜਾਂਦਾ। ਫਿਰ ਸੁਪਰੀਮ ਕੋਰਟ ਫੈਸਲਾ ਦਿੰਦੀ ਹੈ ਕਿ ਨਹੀਂ, ਇਹ ਇਹਨਾਂ ਨੇ ਬਹੁਤ ਹੀ ਗਲਤ ਕੀਤਾ ਹੈ ਕੰਮ, ਔਰ ਸੋਚ ਸਮਝ ਕੇ ਪਲੈਨਿੰਗ ਤਹਿਤ ਕੀਤਾ ਹੈ। ਇਹ ਕੁਛ ਅਚਾਨਕ ਨਹੀਂ ਇਹਨਾਂ ਨੂੰ ਹੋਇਆ, ਅਚਾਨਕ ਹੋਇਆ ਹੋਵੇ ਤੇ ਇਹਨਾਂ ਨੂੰ ਉਮਰ ਕੈਦ ਠੀਕ ਹੈ, ਪਰ ਜਿਹੜੀ ਇੱਕ ਸੋਚੀ ਸਮਝੀ ਪਲੈਨਿੰਗ ਮੁਤਾਬਕ ਇਹਨਾਂ ਨੇ ਆਪਣੇ ਮਾਪਿਆਂ ਨੂੰ ਤੇ ਆਪਣੇ ਭਰਾ ਨੂੰ, ਭਾਬੀ ਨੂੰ, ਬੱਚਿਆਂ ਨੂੰ, ਭਤੀਜਿਆਂ ਨੂੰ, ਸਾਰਿਆਂ ਨੂੰ ਮਾਰਿਆ, ਉਹਦੇ ਤੇ ਇਹਨਾਂ ਨੂੰ ਮੌਤ ਦੀ ਹੀ ਸਜ਼ਾ ਹੈ। ਅਦਾਲਤ ਮੌਤ ਦੀ ਸਜ਼ਾ ਦੇ ਦਿੰਦੀ ਹੈ। ਤੁਹਾਨੂੰ ਪਤਾ ਹੈ ਕਿ ਲਾਸਟ ਜਿਹੜੀ ਕਿਸੇ ਵੀ ਅਪਰਾਧੀ ਕੋਲ ਹਥਿਆਰ ਹੁੰਦਾ, ਉਹ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਹੁੰਦੀ ਕਿ ਸਾਡੇ ਤੇ ਦਇਆ ਕਰੋ, ਸਾਡੇ ਤੇ ਰਹਿਮ ਕਰੋ, ਸਾਡਾ ਇੱਕ 2 ਮਹੀਨਿਆਂ ਦਾ ਬੱਚਾ ਵੀ ਹੈ, ਕਿਉਂਕਿ 2-2.5 ਮਹੀਨਿਆਂ ਦਾ ਉਹਦਾ ਬੱਚਾ ਵੀ ਹੁੰਦਾ ਨਾ ਸੋਨੀਆ ਦਾ, ਤੇ ਰਾਸ਼ਟਰਪਤੀ ਕੋਲ ਤੁਰ ਜਾਂਦੀ। ਪਰ ਅਚਲ 'ਚ ਤੁਹਾਨੂੰ ਪਤਾ ਕਿ ਇੰਡੀਆ ਦੇ ਕਾਨੂੰਨ ਤੇ ਇਦਾਂ ਹੀ ਨੇ, ਰਾਸ਼ਟਰਪਤੀ ਕੋਲ ਉਹ ਚਿੱਠੀ 8 ਸਾਲ ਪਈ ਰਹਿੰਦੀ ਹੈ, 8 ਸਾਲ ਉਹ ਚਿੱਠੀ ਤੇ ਗੌਰ ਹੀ ਨਹੀਂ ਕਰਦਾ। ਤੇ ਜਦੋਂ ਉਹ ਫਾਂਸੀ ਦੀ ਜਿਹੜੀ ਤਰੀਕ ਮੁਕਰਰ ਕੀਤੀ ਹੁੰਦੀ ਉਹ ਲੰਘ ਜਾਂਦੀ, ਕਿਉਂਕਿ ਜਦੋਂ ਫਾਂਸੀ ਦੀ ਤਰੀਕ ਮੁਕਰਰ ਹੁੰਦੀ ਹੈ ਤੇ ਉਹ ਉਦੋਂ ਹੀ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਪਰ ਇਹਨਾਂ ਨੇ ਕੇਸ ਰਾਸ਼ਟਰਪਤੀ ਕੋਲ ਭੇਜ ਦਿੱਤਾ ਸੀ ਤੇ ਉਹ ਫਾਂਸੀ ਰੁਕੀ ਸੀ, ਫਾਂਸੀ ਦੀ ਟਾਈਮ ਵੀ ਲੰਘ ਗਿਆ। ਤੇ 8 ਸਾਲ ਬਾਅਦ ਜਦੋਂ ਰਾਸ਼ਟਰਪਤੀ ਕੋਲ ਇਹ ਕੇਸ ਗਿਆ, ਪਰ ਰਾਸ਼ਟਰਪਤੀ ਨੇ ਵੀ ਇਹ ਚਿੱਠੀ ਨੂੰ ਖਾਰਜ ਕਰਤਾ ਕਿ ਨਹੀਂ, ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਫਾਂਸੀ ਦਾ ਫਿਰ ਮੁਕਰਰ ਨਵਾਂ ਟਾਈਮ ਮੁਕਰਰ ਕਰ ਦਿੱਤਾ ਗਿਆ, ਬੜਾ ਕੁਝ ਹੋ ਗਿਆ। ਇੰਨੇ ਦੌਰਾਨ ਕੁਝ ਸੰਸਥਾਵਾਂ ਸੀ, ਉਹਨਾਂ ਨੇ ਪਹਿਲਾਂ ਹੀ ਕਿਤੇ ਕੇਸ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ, ਜੇਕਰ ਉਹਨਾਂ ਨੂੰ 5 ਤੋਂ 7 ਸਾਲ ਦੇ ਵਿੱਚ ਫਾਂਸੀ ਨਹੀਂ ਹੁੰਦੀ ਤੇ ਉਹ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਬਦਲਣਾ ਚਾਹੀਦਾ। ਕਿਉਂਕਿ ਜਦੋਂ ਤੁਸੀਂ ਇੱਕ ਬੰਦੇ ਨੂੰ ਫਾਂਸੀ ਦੇ ਦਿੰਦੇ ਹੋ ਤੇ ਉਹ ਰੋਜ਼ ਹੀ ਮਰਦਾ ਹੈ, ਕਿਉਂਕਿ ਉਹ ਆਪਣੀ ਫਾਂਸੀ ਦੇ ਦਿਨ ਗਿਣਦਾ ਹੈ ਕਿ ਮੈਨੂੰ ਹੁਣ ਫਾਂਸੀ ਹੋਣੀ ਹੈ, ਉਹਦੀ ਰੋਜ਼ ਇੱਕ ਨਵੀਂ ਮੌਤ ਹੁੰਦੀ ਹੈ। ਇਸ ਕਰਕੇ ਜੇਕਰ 5 ਸਾਲ ਦੇ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਤੇ ਉਹਦੀ ਫਾਂਸੀ ਦੀ ਜਿਹੜੀ ਸਜ਼ਾ ਹੈ ਉਮਰ ਕੈਦ ਵਿੱਚ ਹੋ ਜੇ। ਤੇ ਇਹਨਾਂ ਦੀ ਜਿਹੜੀ ਕਿਸਮਤ ਸੀ ਉਹ ਥੋੜੀ ਜ਼ਿਆਦਾ ਚੰਗੀ ਸੀ, ਕਿਸਮਤ ਨੇ ਇਹਨਾਂ ਸਾਥ ਦਿੱਤਾ ਕਿ ਮੌਤ ਦੇ ਬਹੁਤ ਹੀ ਕਰੀਬ ਫਾਂਸੀ, ਜਦੋਂ ਕਿ ਸੁਪਰੀਮ ਕੋਰਟ ਤੋਂ ਵੀ ਕਹਿਤਾ, ਰਾਸ਼ਟਰਪਤੀ ਨੇ ਵੀ ਕਹਿਤਾ ਕਿ ਫਾਂਸੀ ਨਹੀਂ ਹੋਣੀ, ਤੇ ਦੂਜੇ ਪਾਸੇ ਅਦਾਲਤ ਨੇ ਹੁਕਮ ਜਾਰੀ ਕਰ ਦਿੱਤੇ ਕਿ ਜਿਨ੍ਹਾਂ ਦੀ 5 ਸਾਲ ਤੋਂ ਫਾਂਸੀ ਜਿਨ੍ਹਾਂ ਨੂੰ ਨਹੀਂ ਹੋਈ ਉਹ ਸਾਰਿਆਂ ਦੀ ਫਾਂਸੀ ਕੈਂਸਲ ਤੇ ਉਹਨਾਂ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਵੇ। ਤੇ ਉਹਨਾਂ ਜਿਹੜੀ ਲਿਸਟ ਦੇ ਵਿੱਚ ਹੀ ਜਿਨ੍ਹਾਂ ਦੇ ਵਿੱਚ 20 ਬੰਦੇ ਟੋਟਲ ਸੀ ਜਿਨ੍ਹਾਂ ਨੇ ਇੱਦਾਂ ਫਾਂਸੀ ਨਹੀਂ ਸੀ ਹੋਈ, ਉਹ 20 ਟੋਟਲ ਬੰਦਿਆਂ ਦੇ ਵਿੱਚ ਇਹਨਾਂ ਦੋਨਾਂ ਦਾ ਵੀ ਨਾਮ ਸੀ, ਕਿਉਂਕਿ ਇਹਨਾਂ ਨੂੰ ਵੀ 8 ਸਾਲ ਹੋ ਗਏ ਸੀ ਇਹ ਕੇਸ ਚੱਲਦਿਆਂ ਨੂੰ, ਫਾਂਸੀ ਮੁਕਰਰ ਹੋਇਆਂ ਨੂੰ, ਤੇ 8 ਸਾਲ ਦੇ ਵਿੱਚ ਇਹਨਾਂ ਨੂੰ ਫਾਂਸੀ ਨਹੀਂ ਸੀ ਹੋਈ। ਇਸ ਕਰਕੇ ਇਹਨਾਂ ਦੀ ਫਾਂਸੀ ਹੈ ਜਿਹੜੀ ਉਮਰ ਕੈਦ 'ਚ ਤਬਦੀਲ ਕਰਤੀ। ਪਰ ਅਦਾਲਤ ਨੇ ਇਹ ਕਿਹਾ ਕਿ ਜਿਹੜੀ ਇਹ ਉਮਰ ਕੈਦ ਹੈ 14 ਸਾਲ ਦੀ ਨਹੀਂ ਇਹਨਾਂ ਦੀ ਹੋਏਗੀ, ਇਹਨਾਂ ਲਈ ਜਿਹੜੀ ਉਮਰ ਕੈਦ ਹੈ ਉਹ ਸਾਰੀ ਉਮਰ ਲਈ ਹੋਏਗੀ, ਜਿੰਨ ਤੱਕ ਇਹ ਮਰਦੇ ਨਹੀਂ ਹੈਗੇ ਇਹ ਜੇਲ੍ਹ 'ਚ ਹੀ ਰਹਿਣਗੇ, ਇਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ। ਤੇ ਦੋਸਤੋ ਤੁਸੀਂ ਦੇਖਿਆ ਹੈ ਕਿ ਇੱਕ ਪਰਿਵਾਰਕ ਮੈਂਬਰ ਜਿਹੜੀ ਉਸੇ ਪਰਿਵਾਰ 'ਚ ਪਲੀ, ਉਸੇ ਪਰਿਵਾਰ 'ਚ ਖੇਡੀ, ਮਾਂ-ਬਾਪ ਨਾਲ ਵੱਡੀ ਹੋਈ, ਉਹਨੇ ਆਪਣੀ ਫੈਮਿਲੀ ਬਾਰੇ ਕਿੱਦਾਂ ਸੋਚਿਆ, ਇਨਸਾਨ ਕਿੱਥੋਂ ਤੱਕ ਲਾਲਚ ਦੇ ਵਿੱਚ ਆ ਕੇ। ਇਹ ਦੇਖੋ ਜੀ, ਲਾਲਚ ਇਹ ਕਿ ਉਹਨੇ ਸੋਚਿਆ ਕਿ ਮੈਂ ਆਪਣੇ ਪਰਿਵਾਰ ਨੂੰ ਮਾਰਨਾ ਕਿਉਂਕਿ ਇਹਨਾਂ ਨੇ ਮੇਰੀ ਮਦਦ ਨਹੀਂ ਕੀਤੀ, ਮੇਰੇ ਹਸਬੈਂਡ ਦੀ ਮਦਦ ਨਹੀਂ ਕੀਤੀ, ਤੇ ਮੈਂ ਇਹਨਾਂ ਨੂੰ ਮਾਰ ਕੇ ਜਿੰਨੀ ਜ਼ਿਆਦਾ ਤੇ ਮੇਰੇ ਨਾਂ 'ਤੇ ਹੋ ਜਾਏਗੀ। ਇੱਕ ਲਾਲਚ, ਬਹੁਤ ਵੱਡਾ ਲਾਲਚ, ਜੋ ਕਿ ਉਹ ਹੌਲੀ ਹੌਲੀ ਰਿਕੁਐਸਟ ਕਰਦੀ, ਆਪਣੇ ਪਿਓ ਨਾਲ ਮਿਲਦੀ, ਭਰਾ ਨਾਲ ਮਿਲਦੀ, ਹੌਲੀ ਹੌਲੀ ਕਰਕੇ ਹੋ ਸਕਦਾ ਉਹਦੀ ਮਦਦ ਕਰ ਹੀ ਦਿੰਦੇ ਕਿਸੇ ਤਰੀਕੇ। ਪਰ ਉਹਨਾਂ ਨੂੰ ਮਾਰ ਕੇ ਜੋ ਉਹਨੇ ਗੁਨਾਹ ਕੀਤਾ ਹੈ, ਬਹੁਤ ਹੀ ਤਗੜਾ ਗੁਨਾਹ ਹੈ ਜਿਹੜਾ ਵਾਕਈ ਮਾਫੀ ਦੇ ਲਾਇਕ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਜਿਹੜੇ ਮਾਸੂਮ ਬੱਚਿਆਂ ਨੂੰ ਉਹਨੇ ਕਿੱਦਾਂ ਕਤਲ ਕੀਤਾ ਹੈਗਾ, ਜਿਹੜੀ ਇੱਕ ਦੀ ਉਮਰ 3 ਮਹੀਨੇ, ਇੱਕ ਦੀ ਉਮਰ 2 ਸਾਲ, ਮਾਸੂਮ ਬੱਚੇ ਜਿਹੜੇ ਵਿਚਾਰੇ ਬੋਲ ਵੀ ਨਹੀਂ ਸਕਦੇ ਚੱਜ ਨਾਲ, ਉਹਨਾਂ ਦਾ ਵੀ ਕਤਲ ਕੀਤਾ। ਔਰ ਖੁਸ਼ੀ ਕੀਤਾ ਕਿ ਖੁਸ਼ ਹੋ ਕੇ ਸਾਰਿਆਂ ਨੂੰ ਮਾਰਿਆ ਕਿ ਮੈਂ ਅੱਜ ਬਹੁਤ ਖੁਸ਼ ਹਾਂ ਕਿ ਮੈਂ ਆਪਣੇ ਦੁਸ਼ਮਣ ਹੀ ਸਮਝੇ ਨੇ ਉਹਨਾਂ ਨੇ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਕਤਲ ਕਰਾਤਾ ਅੱਜ, ਕਿ ਮੈਂ ਬਹੁਤ ਖੁਸ਼ ਹਾਂ।
ਤੇ ਉਸ ਜਨਾਨੀ ਨੂੰ ਅੱਜ ਤੱਕ ਵੀ ਅਫਸੋਸ ਨਹੀਂ ਹੈਗਾ ਕਿ ਮੈਂ ਇੰਨਿਆਂ ਨੂੰ ਮਾਰਤਾ ਜਿਨ੍ਹਾਂ ਦੇ ਨਾਲ ਮੈਂ ਸਾਰੀ ਉਮਰ ਰਹੀ ਹਾਂ, ਉਹਨਾਂ ਨੂੰ ਮੈਂ ਮਾਰ ਦਿੱਤਾ ਹੈ। ਤੇ ਦੋਸਤੋ ਆਹ ਕਹਾਣੀ ਹੈ ਟੋਟਲ। ਮੈਨੂੰ ਪਤਾ ਹੈ ਕਿ ਕਹਾਣੀ ਥੋੜ੍ਹੀ ਜਿਹੀ ਅਜੀਬ ਹੈ, ਥੋੜ੍ਹੀ ਹੋਰ ਤਰ੍ਹਾਂ ਦੀ ਕੁਛ ਲੋਕਾਂ ਨੂੰ ਲੱਗੇਗੀ, ਪਰ ਸੱਚ ਦੁਨੀਆ ਦਾ ਸੱਚ, ਦੁਨੀਆ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਨੇ। ਇਸ ਕਰਕੇ ਮੈਂ ਤੁਹਾਡੇ ਸਾਹਮਣੇ ਕਹਾਣੀ ਰੱਖਣਾ ਚਾਹੁੰਦਾ ਸੀ ਕਿ ਦੁਨੀਆ ਨੂੰ ਦੁਨੀਆ ਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਹੈਗਾ ਕਿ ਖੁਦ ਕਈ ਕਹਿੰਦੇ ਨੇ ਚਿੱਟਾ ਹੋ ਗਿਆ ਲਹੂ, ਇਹੀ ਚਿੱਟਾ ਹੋਇਆ ਮੀਨ ਕਿ ਆਪਣੇ ਖੁਦ ਜੰਮੀ ਬੱਚੀ ਨੇ ਹੀ ਆਪਣੇ ਮਾਪਿਓ ਦਾ ਕਤਲ ਕਰ ਦਿੱਤਾ ਤੇ ਨਾਲ ਸਾਰੇ ਭੈਣ ਭਰਾ ਸਾਰਿਆਂ ਦਾ ਕਤਲ ਕੀਤਾ ਹੈ। ਉਹ ਕਿੱਡੀ ਇੱਕ ਜ਼ਾਲਮ ਉਹਦੇ ਦਿਮਾਗ ਦੇ ਵਿੱਚ ਜ਼ਾਲਮਤਾ ਆ ਗਈ ਹੋਏਗੀ ਕਿ ਜਿੰਨੇ ਇੰਨਾ ਵੱਡਾ ਕਦਮ ਚੁੱਕ ਕੇ ਇੰਨੀਆਂ ਜਣਿਆਂ ਨੂੰ ਕਤਲ ਕਰ ਸਕਦੀ। ਸੈਂਸੀਬਿਲਿਟੀ ਤੁਸੀਂ ਸਮਝ ਸਕਦੇ ਹੋ ਉਹਦੀ ਆਪਣੀ। ਤੇ ਦੋਸਤੋ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ। ਤੁਹਾਨੂੰ ਅਗਰ ਜੇ ਸਾਡੇ ਪ੍ਰੋਗਰਾਮ ਪਸੰਦ ਆ ਰਹੇ ਨੇ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਲਿਓ, ਸ਼ੇਅਰ ਕਰ ਲਿਓ। ਤੁਹਾਨੂੰ ਪਤਾ ਇੱਥੇ ਮੈਂ ਨਵੇਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਂਦਾ ਹੀ ਰਹਿਣਾ ਤੁਹਾਡੇ ਵਾਸਤੇ। ਹੋਰ ਤੁਸੀਂ ਆਪਣਾ ਫੀਡਬੈਕ ਦਿਓ, ਜਿੱਦਾਂ ਦਾ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣੇ ਕਮੈਂਟ ਦਿਓ ਕਿ ਤੁਹਾਨੂੰ ਇਹ ਚੀਜ਼ ਸਹੀ ਲੱਗਦੀ। ਅਸੀਂ ਉਸ ਚੀਜ਼ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸੇ ਨਾਲ ਹੀ ਸਟੋਰੀ ਵੀ ਸਮਾਪਤ ਹੁੰਦੀ ਤੇ ਐਪੀਸੋਡ ਵੀ ਸਮਾਪਤ ਹੁੰਦਾ ਹੈ। ਤੁਹਾਡਾ ਇਹ ਚੈਨਲ ਸੁਣਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।